Dear students, we have done the first page of your first chapter of section A, Hassan's attendance problem, and today we will start from second page, that is starting from I could not remain angry for long. मैं ज़्यादा समय तक ਜਿਹੜਾ ਸੀ ਨਾਰਾਜ਼ ਨਹੀਂ ਰਹਿ ਸਕਦੀ ਸੀ। ਟੀਚਰਸ ਡੂ ਗੈਟ ਅਪਸੈਟ। ਟੀਚਰ ਜਿਹੜੇ ਨੇ, ਅਧਿਆਪਕ ਜਿਹੜੇ ਨੇ, ਉਹ ਵੀ ਪਰੇਸ਼ਾਨ ਹੋ ਜਾਂਦੇ ਹਨ ਵਿਦ ਸਟੂਡੈਂਟਸ, ਉਹਨਾਂ ਵਿਦਿਆਰਥੀਆਂ ਕਰਕੇ ਹੂ ਆਰ ਨਾਟ ਰੈਗੂਲਰ, ਜਿਹੜੇ ਰੈਗੂਲਰ ਜਾਂ ਨਿਯਮਿਤ ਕਲਾਸ ਦੇ ਵਿੱਚ ਨਹੀਂ ਆਉਂਦੇ, ਕਲਾਸਾਂ ਨਹੀਂ ਲਗਾਉਂਦੇ। ਬਟ ਇਫ ਦਾ ਅਟੈਂਡੈਂਸ ਸ਼ਾਰਟੇਜ ਅਫੈਕਟਸ, ਜੇਕਰ ਉਹਨਾਂ ਦੀ ਹਾਜ਼ਰੀ ਜਿਹੜੀ ਆ ਘੱਟ ਆ ਤੇ ਉਹ ਪ੍ਰਭਾਵਿਤ ਕਰਦੀ ਆ, ਕਿਸ ਨੂੰ ਪ੍ਰਭਾਵਿਤ ਕਰਦੀ ਆ? ਦੇਅਰ ਅਪੀਅਰੈਂਸ ਇਨ ਦਾ ਫਾਈਨਲ ਐਗਜ਼ਾਮੀਨੇਸ਼ਨ, ਉਹਨਾਂ ਦੀ ਦਿੱਖ ਜਾਂ ਉਹਨਾਂ ਦਾ ਉਸ ਦੇ ਵਿੱਚ ਬੈਠਣਾ ਪੱਕੇ ਇਮਤਿਹਾਨਾਂ ਦੇ ਵਿੱਚ। ਵਨ ਟੈਂਡਸ ਟੂ ਮੈਲਟ ਲਾਈਕ ਸਨੋ, ਅਤੇ ਕੋਈ ਵੀ ਜਿਹੜਾ ਅਧਿਆਪਕ ਆ ਉਹ ਇਸ ਤਰ੍ਹਾਂ ਪਿਘਲ ਜਾਂਦਾ ਜਿਸ ਤਰ੍ਹਾਂ ਕਹਿੰਦੇ ਬਰਫ਼ ਹੋਵੇ। ਅਗੇਂਸਟ ਦਾ ਸਨ, ਬਰਫ਼ ਨੂੰ ਜੇਕਰ ਸੂਰਜ ਦੇ ਵਿੱਚ, ਸੂਰਜ ਦੀ ਰੋਸ਼ਨੀ 'ਚ ਰੱਖਿਆ ਜਾਏ ਤਾਂ ਉਹ ਪਿਘਲ ਜਾਂਦੀ। ਉਸੇ ਤਰ੍ਹਾਂ ਹੀ ਕਹਿੰਦੇ ਅਧਿਆਪਕ ਵੀ ਜਿਹੜਾ ਹੈ ਉਹ ਕਹਿੰਦੇ ਇੰਨਾ ਨਰਮ ਜਿਹੜਾ ਹੈ ਉਸ ਦਾ ਸੁਭਾਅ ਹੋਣ ਕਰਕੇ ਵੀ ਉਹ ਵੀ ਪਿਘਲ ਜਾਂਦਾ, ਚਾਹੇ ਜਿੱਦਾਂ ਦੇ ਮਰਜ਼ੀ ਵਿਦਿਆਰਥੀ ਹੋਵੇ। ਵੀ ਜੇਕਰ ਉਹਦੀਆਂ ਹਾਜ਼ਰੀਆਂ ਘੱਟ ਨੇ ਤੇ ਉਹਨੂੰ ਆਪਣੇ ਫਾਈਨਲ ਐਗਜ਼ਾਮ ਦੇ ਵਿੱਚ ਜਿਹੜਾ ਨਹੀਂ ਬੈਠਣ ਦਿੱਤਾ ਜਾਂਦਾ। ਅ ਗੁੱਡ ਟੀਚਰ ਵਿਲ ਆਲਵੇਜ਼ ਵਿਸ਼, ਇੱਕ ਚੰਗਾ ਅਧਿਆਪਕ ਹਮੇਸ਼ਾ ਹੀ ਇਹੀ ਇੱਛਾ ਕਰੇਗਾ ਫਾਰ ਦਾ ਬੈਸਟ ਫਾਰ ਹਰ ਸਟੂਡੈਂਟ, ਆਪਣੇ ਵਿਦਿਆਰਥੀਆਂ ਦੇ ਲਈ ਵੀ ਸਭ ਤੋਂ ਵਧੀਆ ਹੋਵੇ। ਦੋ ਆਈ ਡੂ ਐਗਰੀ ਡਿਸਿਪਲਿਨ ਇਜ਼ ਵੈਰੀ ਇੰਪੋਰਟੈਂਟ ਟੂ, ਭਾਵੇਂ ਮੈਂ ਇਸ ਨਾਲ ਵੀ ਸਹਿਮਤ ਹਾਂ ਕਿ ਅਨੁਸ਼ਾਸਨ ਜਿਹੜਾ ਹੈ ਉਹ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਐਜ਼ ਹੀ ਵਾਜ਼ ਵੈਰੀ ਬਰਾਈਟ, ਜਿਵੇਂ ਕਿ ਉਹ ਬਹੁਤ ਜ਼ਿਆਦਾ ਹੁਸ਼ਿਆਰ ਸੀ। ਹਸਨ ਵੁੱਡ ਇਨਵੇਰੀਏਬਲੀ ਗੈਟ ਅ ਫਸਟ ਕਲਾਸ ਇਨ ਦਾ ਐਗਜ਼ਾਮ, ਅਤੇ ਹਸਨ ਜਿਹੜਾ ਸੀ ਹਮੇਸ਼ਾ ਹੀ ਕਹਿੰਦੇ ਉਹ ਪ੍ਰਾਪਤ ਕਰਦਾ ਸੀ ਪਹਿਲਾ ਸਥਾਨ, ਜਿਹੜਾ ਸੀ ਆਪਣੀ ਪਹਿਲੀ ਪੋਜੀਸ਼ਨ ਜਿਹੜੀ ਸੀ ਫਸਟ ਆਉਂਦਾ ਸੀ ਉਹ। ਹਾਊਐਵਰ ਬਿਫੋਰ ਦਾ ਐਗਜ਼ਾਮ ਸਟਾਰਟਡ, ਭਾਵੇਂ ਕਹਿੰਦੇ ਇਮਤਿਹਾਨ ਜਿਹੜੇ ਨੇ ਉਹਨਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਐਵਰੀ ਸਮੈਸਟਰ ਦਿਸ ਡਰਾਮਾ ਵਿਦ ਹਸਨ ਵੁੱਡ ਬੀ ਰਿਪੀਟਡ, ਹਰ ਸਮੈਸਟਰ ਦੇ ਵਿੱਚ ਇਹ ਡਰਾਮਾ ਜਿਹੜਾ ਸੀ ਹਸਨ ਦੇ ਨਾਲ ਕਹਿੰਦੇ ਦੁਹਰਾਇਆ ਜਾਂਦਾ। ਆਈ ਵੁੱਡ ਗੈਟ ਅਪਸੈਟ, ਮੈਂ ਬਹੁਤ ਪਰੇਸ਼ਾਨ ਹੋ ਜਾਂਦੀ। ਥ੍ਰੈਟਨ ਐਂਡ ਅਲਟੀਮੇਟਲੀ ਗਿਵਨ, ਉਸ ਨੂੰ ਧਮਕੀਆਂ ਵੀ ਦਿੰਦੀ ਅਤੇ ਅੰਤ 'ਤੇ ਜਾ ਕੇ ਜਿਹੜਾ ਸੀ ਮੈਂ ਆਪਣਾ ਗੁੱਸਾ ਜਿਹੜਾ ਸੀ ਉਸ ਨੂੰ ਤਿਆਗ ਦਿੰਦੀ। ਈਚ ਟਾਈਮ ਹਸਨ ਵੁੱਡ ਪ੍ਰੋਮਿਸ ਟੂ ਇੰਪਰੂਵ ਹਿਸ ਅਟੈਂਡੈਂਸ ਰਿਕਾਰਡ, ਹਰ ਵਾਰ ਕਹਿੰਦੀ ਹਸਨ ਜਿਹੜਾ ਸੀ ਮੇਰੇ ਨਾਲ ਵਾਅਦਾ ਕਰਦਾ ਕਿ ਉਹ ਆਪਣਾ ਜੋ ਹਾਜ਼ਰੀ ਦਾ ਰਿਕਾਰਡ ਹੈ ਉਸ ਨੂੰ ਸੁਧਾਰੇਗਾ। ਐਂਡ ਫਾਰ 1 ਵੀਕ, ਅਤੇ ਇੱਕ ਹਫ਼ਤੇ ਦੇ ਲਈ ਵੁੱਡ ਅਟੈਂਡ ਆਲ ਕਲਾਸਿਸ, ਅਤੇ ਇੱਕ ਹਫ਼ਤੇ ਦੇ ਤੱਕ ਕਹਿੰਦੇ ਉਹ ਸਾਰੀਆਂ ਜਿੰਨੀਆਂ ਵੀ ਕਲਾਸਾਂ ਹੁੰਦੀਆਂ ਉਹਨਾਂ 'ਚ ਸ਼ਾਮਲ ਹੁੰਦਾ। ਦੈਨ ਦਾ ਸੇਮ ਓਲਡ ਸਟੋਰੀ ਵੁੱਡ ਫੋਲੋ, ਅਤੇ ਫਿਰ ਉਸ ਤੋਂ ਬਾਅਦ ਉਹੀ ਪੁਰਾਣੀ ਕਹਾਣੀ ਜਿਹੜੀ ਸੀ ਉਹ ਦੁਹਰਾਈ ਜਾਂਦੀ। ਈਚ ਟਾਈਮ ਹੀ ਹੈਡ ਅ ਡਿਫਰੈਂਟ ਰੀਜ਼ਨ ਫਾਰ ਹਿਸ ਐਬਸੈਂਸ, ਅਤੇ ਹਰ ਵਾਰ ਉਸ ਦਾ ਇੱਕ ਵੱਖਰਾ ਹੀ ਕਾਰਨ ਹੁੰਦਾ ਉਸ ਦੀ ਗੈਰ ਹਾਜ਼ਰੀ ਦਾ। ਅਨਫਾਰਚੂਨੇਟਲੀ ਦੇ ਆਲਵੇਜ਼ ਸੀਮਡ ਜੈਨੂਅਨ ਟੂ ਮੀ, ਪਰ ਇਹ ਕਿਸਮਤ ਹੀ ਸੀ ਇਸ ਤਰ੍ਹਾਂ ਦੀ ਵੀ ਉਸ ਦੀ ਬਦਕਿਸਮਤੀ ਸੀ, ਜਾਂ ਆਪਾਂ ਕਹਿ ਲਈਏ ਵੀ ਜਿਹਦੇ ਕਰਕੇ ਉਹ ਜਿਹੜਾ ਵੀ ਕਾਰਨ ਦਿੰਦਾ ਸੀ ਮੈਨੂੰ ਉਹ ਲੱਗਦਾ ਵੀ ਇਹ ਜਾਇਜ਼ ਆ। ਵੰਸ ਆਈ ਗੋਟ ਰਾਈਡ ਆਫ ਹਿਸ ਸਟੋਰੀਜ਼ ਐਂਡ ਕਾਲਡ ਹਿਸ ਪੇਰੈਂਟਸ, ਮੈਂ ਕਹਿੰਦੀ ਇੱਕ ਵਾਰ ਉਸ ਦੀਆਂ ਜਿਹੜੀਆਂ ਕਹਾਣੀਆਂ ਸੀ ਉਸ ਤੋਂ ਮੈਂ ਉਕਤਾ ਗਈ ਅਤੇ ਮੈਂ ਉਸ ਦੇ ਮਾਤਾ ਪਿਤਾ ਨੂੰ ਬੁਲਾ ਲਿਆ। ਯੂਅਰ ਸਨ ਇਜ਼ ਅ ਬ੍ਰਾਈਟ ਬॉय, ਤੁਹਾਡਾ ਲੜਕਾ ਜਿਹੜਾ ਬਹੁਤ ਹੁਸ਼ਿਆਰ ਲੜਕਾ ਹੈ। ਹੀ ਇਜ਼ ਨਾਟ ਐਰੋਗੈਂਟ, ਉਹ ਕਹਿੰਦੇ ਅਵਾਰਾਗਰਦ ਵੀ ਨਹੀਂ ਹੈ। ਬਟ ਹੀ ਇਜ਼ ਇਨਡਿਸਿਪਲਿਨਡ, ਪਰ ਉਹ ਅਨੁਸ਼ਾਸਨ ਦੇ ਵਿੱਚ ਨਹੀਂ ਹੈ। ਇਫ ਓਨਲੀ ਹੀ ਕੇਮ ਟੂ ਕਲਾਸ ਰੈਗੂਲਰਲੀ, ਜੇਕਰ ਉਹ ਆਪਣੀ ਕਲਾਸ ਦੇ ਵਿੱਚ ਰੈਗੂਲਰਲੀ ਰੋਜ਼ ਆਏਗਾ। ਐਂਡ ਅਟੈਂਡੈਂਟ ਦਾ ਲੈਬ, ਅਤੇ ਜੋ ਪ੍ਰਯੋਗਸ਼ਾਲਾ ਹੈ ਉਸ ਦੇ ਵਿੱਚ ਸ਼ਾਮਿਲ ਹੋਏਗਾ। ਆਈ ਐਮ ਸ਼ੋਰ, ਮੈਨੂੰ ਯਕੀਨ ਹੈ ਹੀ ਕੈਨ ਗੈਟ ਅ ਰੈਂਕ, ਤਾਂ ਉਸ ਦਾ ਕੋਈ ਨਾ ਕੋਈ ਰੈਂਕ ਜਿਹੜਾ ਹੈ ਉਹ ਜ਼ਰੂਰ ਆ ਜਾਏਗਾ। ਆਈ ਹੈਵ ਫੇਲਡ ਟੂ ਕਨਵਿੰਸ ਹਿਮ, ਮੈਂ ਕਹਿੰਦੀ ਬਹੁਤ ਜ਼ਿਆਦਾ ਕਹਿੰਦੀ ਅਸਫਲ ਹੋ ਚੁੱਕੀ ਹਾਂ ਉਸ ਨੂੰ ਕਹਿੰਦੀ ਸਮਝਾਉਣ ਦੇ ਲਈ। ਆਈ ਵਿਲ ਬੀ ਹੈਪੀ, ਮੈਨੂੰ ਖੁਸ਼ੀ ਹੋਏਗੀ। ਇਫ ਯੂ ਕੁਡ ਲੁੱਕ ਇਨ ਟੂ ਦਾ ਮੈਟਰ, ਜੇਕਰ ਤੁਸੀਂ ਇਸ ਮਾਮਲੇ ਵੱਲ ਦੇਖੋ ਮੋਰ ਸੀਰੀਅਸਲੀ, ਬਹੁਤ ਗੰਭੀਰਤਾ ਦੇ ਨਾਲ। ਬਿਕਾਜ਼ ਦਿਸ ਇਜ਼ ਗੋਇੰਗ ਟੂ ਅਫੈਕਟ ਹਿਸ ਲਾਈਫ, ਕਿਉਂਕਿ ਇਹ ਸਾਰੀ ਚੀਜ਼ ਜਿਹੜੀ ਆ ਉਸ ਦੀ ਜ਼ਿੰਦਗੀ ਜਿਹੜੀ ਆ ਉਸ ਨੂੰ ਵੀ ਪ੍ਰਭਾਵਿਤ ਕਰੇਗੀ। ਆਈ ਸੈਡ ਟੂ ਦੈਮ, ਮੈਂ ਉਹਨਾਂ ਨੂੰ ਕਿਹਾ। ਹਸਨਸ ਫਾਦਰ ਵਾਜ਼ ਅ ਬਿਜ਼ੀ ਮੈਨ, ਹਸਨ ਦਾ ਪਿਤਾ ਜਿਹੜਾ ਸੀ ਬਹੁਤ ਹੀ ਵਿਅਸਤ ਰਹਿਣ ਵਾਲਾ ਵਿਅਕਤੀ ਸੀ। ਐਂਡ ਡਿਡ ਨਾਟ ਟੇਕ ਮਾਈ ਵਰਡਸ ਵੈਰੀ ਸੀਰੀਅਸਲੀ, ਅਤੇ ਜੋ ਮੈਂ ਕਿਹਾ
ਉਹਨਾਂ ਮੇਰੇ ਸ਼ਬਦਾਂ ਨੂੰ ਉਸਨੇ ਗੰਭੀਰਤਾ ਨਾਲ ਬਹੁਤੀ ਨਾਲ ਨਹੀਂ ਲਿਆ। ਹੀ ਸੈਡ, ਉਸਨੇ ਕਿਹਾ, ਐਸ ਲੌਂਗ ਐਜ਼ ਹੀ ਡਸ ਵੈਲ, ਜਿੱਥੋਂ ਤੱਕ ਕਹਿੰਦਾ ਸਬੰਧ ਆ ਵੀ ਉਹ ਠੀਕ ਕਰਦਾ ਹੈ, ਦੈਟ ਇਜ਼ ਫਾਈਨ, ਉਹ ਕਹਿੰਦੇ ਠੀਕ ਹੈ, ਵਿਦ ਮੀ, ਮੇਰੇ ਲਈ, ਬਿਕਾਜ਼ ਆਫਟਰ ਅ ਸਰਟਨ ਏਜ, ਕਿਉਂਕਿ ਕੁਛ ਉਮਰ ਤੋਂ ਬਾਅਦ ਚਿਲਡਰਨ ਡੋਂਟ ਲਿਸਨ ਟੂ ਦੇਅਰ ਪੇਰੈਂਟਸ, ਬੱਚੇ ਜਿਹੜੇ ਹਨ ਉਹ ਆਪਣੇ ਮਾਤਾ ਪਿਤਾ ਦੀ ਨਹੀਂ ਸੁਣਦੇ। ਓਨਲੀ ਲਾਈਫ ਵਿਲ ਟੀਚ ਦੈਮ, ਕੇਵਲ ਜ਼ਿੰਦਗੀ ਜਿਹੜੀ ਆ ਉਹੀ ਉਹਨਾਂ ਨੂੰ ਸਬਕ ਸਿਖਾਏਗੀ। ਬਟ ਹਿਸ ਮਦਰ ਵਾਜ਼ ਇਨ ਟੀਅਰਸ, ਪਰ ਉਸ ਦੀ ਮਾਤਾ ਜਿਹੜੀ ਸੀ ਰੋ ਰਹੀ ਸੀ। ਉਹ, ਮੈਡਮ ਆਈ ਹੈਵ ਫੇਲਡ ਐਜ਼ ਅ ਮਦਰ, ਮੈਡਮ ਮੈਂ ਕਹਿੰਦੀ ਇੱਕ ਮਾਤਾ ਦੇ ਤੌਰ 'ਤੇ, ਮਾਂ ਦੇ ਤੌਰ 'ਤੇ ਕਹਿੰਦੀ ਫੇਲ ਹੋ ਚੁੱਕੀ ਹਾਂ, ਸਫਲ ਹੋ ਚੁੱਕੀ ਹਾਂ। ਹੀ ਡਸ ਨਾਟ ਲਿਸਨ ਟੂ ਮੀ ਐਟ ਆਲ, ਉਹ ਮੇਰੀ ਬਿਲਕੁਲ ਵੀ ਨਹੀਂ ਸੁਣਦਾ। ਹੀ ਸਪੈਂਡਸ ਆਲ ਨਾਈਟ ਲਿਸਨਿੰਗ ਟੂ ਮਿਊਜ਼ਿਕ ਐਂਡ ਚੈਟਿੰਗ ਵਿਦ ਹਿਸ ਫਰੈਂਡਸ, ਉਹ ਕਹਿੰਦੀ ਸਾਰੀ ਰਾਤ ਬਤੀਤ ਕਰਦਾ ਹੈ ਆਪਣਾ ਸੰਗੀਤ ਸੁਣਨ ਦੇ ਵਿੱਚ, ਜਾਂ ਕਹਿੰਦੇ ਆ ਉਹਦੇ ਮਿੱਤਰ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੇ ਵਿੱਚ। ਹੀ ਸਲੀਪਸ ਐਟ 6 in the morning, ਉਹ ਸਵੇਰੇ 6 ਵਜੇ ਸੌਂਦਾ ਹੈ। ਹਾਊ ਕੈਨ ਹੀ ਕਮ ਟੂ ਐਨੀ ਕਲਾਸ, ਉਹ ਕਹਿੰਦੀ ਕਿਵੇਂ ਕਿਸੇ ਕਲਾਸ ਦੇ ਵਿੱਚ ਆ ਸਕਦਾ ਹੈ। ਹੀ ਡਸ ਨਾਟ ਪੇ ਐਨੀ ਅਟੈਂਸ਼ਨ ਟੂ ਵਟ ਆਈ ਸੇ, ਉਹ ਕੋਈ ਧਿਆਨ ਨਹੀਂ ਦਿੰਦਾ ਜੋ ਵੀ ਮੈਂ ਉਸ ਨੂੰ ਕਹਿੰਦੀ ਹਾਂ। ਐਂਡ ਟੈਲਸ ਮੀ, ਅਤੇ ਮੈਨੂੰ ਦੱਸਦਾ ਹੈ, ਆਈ ਰਿਪੀਟ ਦਾ ਸੇਮ ਥਿੰਗ ਆਲਵੇਜ਼, ਅਤੇ ਮੈਂ ਉਹੀ ਚੀਜ਼ਾਂ ਜਿਹੜੀਆਂ ਨੇ ਹਮੇਸ਼ਾ ਉਹੀ ਦੁਹਰਾਉਂਦੀ ਹਾਂ। ਦਾ ਮੀਟਿੰਗ ਐਂਡਡ ਇਨ ਐਨ ਆਰਗੂਮੈਂਟ, ਅਤੇ ਮੀਟਿੰਗ ਜਿਹੜੀ ਸੀ ਸਾਡੀ ਉਹ ਕਹਿੰਦੇ ਇੱਕ ਤਰਕ ਦੇ ਨਾਲ ਜਿਹੜੀ ਸੀ ਖਤਮ ਹੋ ਗਈ। ਬਿਟਵੀਨ ਹਿਸ ਪੇਰੈਂਟਸ, ਉਸ ਦੇ ਮਾਤਾ ਪਿਤਾ ਦੇ ਵਿੱਚ ਹੀ। ਹਿਸ ਫਾਦਰ ਸੈਡ, ਉਸ ਦੇ ਪਿਤਾ ਨੇ ਕਿਹਾ, ਯੂ ਆਰ ਦਾ ਮਦਰ, ਤੂੰ ਇੱਕ ਮਾਤਾ ਹੈ। ਇਟ ਇਜ਼ ਯੂਅਰ ਡਿਊਟੀ ਟੂ ਕਰੈਕਟ ਹਿਮ, ਇਹ ਤੁਹਾਡੀ ਡਿਊਟੀ ਹੈ, ਤੁਹਾਡਾ ਫਰਜ਼ ਹੈ ਉਸ ਨੂੰ ਸੁਧਾਰਨਾ, ਉਸ ਨੂੰ ਠੀਕ ਕਰਨਾ। ਯੂ ਸ਼ੁੱਡ ਸਪੈਂਡ ਮੋਰ ਟਾਈਮ ਵਿਦ ਹਿਮ, ਤੁਹਾਨੂੰ ਉਸ ਦੇ ਲਈ ਬਹੁਤ ਜ਼ਿਆਦਾ ਸਮਾਂ ਜਿਹੜਾ ਹੈ ਉਸ ਲਈ ਬਤੀਤ ਕਰਨਾ ਪਏਗਾ। ਆਈ ਐਮ ਸੋ ਬਿਜ਼ੀ, ਮੈਂ ਇੰਨਾ ਵਿਅਸਤ ਹਾਂ। ਯੂ ਹੈਵ ਫੇਲਡ, ਤੂੰ ਅਸਫਲ ਹੋ ਚੁੱਕੀ ਹੈ। ਹਿਸ ਮਦਰ ਸੈਡ, ਯੂ ਆਰ ਦਾ ਫਾਦਰ, ਤੁਸੀਂ ਪਿਤਾ ਹੋ। ਇਟ ਇਜ਼ ਡਿਫੀਕਲਟ ਟੂ ਕੰਟਰੋਲ ਬॉयਜ਼, ਇਹ ਔਖਾ ਹੈ, ਮੁਸ਼ਕਿਲ ਹੈ ਲੜਕਿਆਂ ਨੂੰ ਕੰਟਰੋਲ ਕਰਨਾ, ਉਹਨਾਂ ਨੂੰ ਨਿਯੰਤਰਣ ਕਰਨਾ। ਯੂ ਕੈਨ ਸਪੀਕ ਟੂ ਹਿਮ ਮੈਨ ਟੂ ਮੈਨ, ਤੂੰ ਇੱਕ ਆਦਮੀ ਦੀ ਤਰ੍ਹਾਂ ਉਸ ਨਾਲ ਗੱਲ ਕਰ ਸਕਦਾ ਹੈ। ਅਰਨਿੰਗ ਮਨੀ ਇਜ਼ ਨਾਟ ਦਾ ਓਨਲੀ ਥਿੰਗ ਇਨ ਲਾਈਫ, ਪੈਸਾ ਕਮਾਉਣਾ ਹੀ ਜਿਹੜਾ ਹੈ ਉਹ ਕਹਿੰਦੀ ਜ਼ਿੰਦਗੀ ਦੇ ਵਿੱਚ ਬਹੁਤਾ ਜ਼ਿਆਦਾ ਜਿਹੜਾ ਹੈ ਕੇਵਲ ਉਹੀ ਨਹੀਂ ਹੈ। ਦਿਸ ਕੰਟੀਨਿਊਡ ਫਾਰ ਅ ਵਾਈਲ, ਇਹ ਗੱਲਬਾਤ ਜਿਹੜੀ ਸੀ ਕੁਛ ਸਮਾਂ ਚੱਲਦੀ ਰਹੀ। ਐਂਡ ਦਾ ਮੀਟਿੰਗ ਐਂਡਡ ਫਰੂਟਲੈਸਲੀ, ਅਤੇ ਜੋ ਸਾਡੀ ਮੀਟਿੰਗ ਸੀ ਉਹ ਕਹਿੰਦੀ ਬਿਨਾਂ ਕਿਸੇ ਨਤੀਜੇ ਤੋਂ ਜਿਹੜੀ ਸੀ ਖਤਮ ਹੋ ਗਈ। ਹਸਨ ਕੰਟੀਨਿਊਡ ਇਨ ਹਿਸ ਵੇਜ਼, ਹਸਨ ਆਪਣੇ ਤੌਰ ਤਰੀਕਿਆਂ ਦੇ ਵਿੱਚ ਉਸੇ ਤਰ੍ਹਾਂ ਹੀ ਜਾਰੀ ਰਿਹਾ। ਟਿਲ ਹੀ ਪਾਸਡ ਆਊਟ ਆਫ ਹਿਸ ਕੋਰਸ, ਜਦੋਂ ਤੱਕ ਉਸਨੇ ਆਪਣਾ ਇਹ ਕੋਰਸ ਜਿਹੜਾ ਸੀ ਉਸ ਨੂੰ ਕੰਪਲੀਟ ਨਹੀਂ ਕੀਤਾ, ਪਾਸ ਨਹੀਂ ਹੋਇਆ। ਐਜ਼ ਯੂਜਲ ਇਨ ਫਸਟ ਕਲਾਸ, ਜਿਵੇਂ ਹਮੇਸ਼ਾ ਹੀ ਸੀ ਉਸੇ ਤਰ੍ਹਾਂ ਹੀ ਪਹਿਲੇ ਦਰਜੇ ਦੇ ਵਿੱਚ। ਹੀ ਵਾਜ਼ ਅ ਨਾਈਸ ਬॉय, ਉਹ ਇੱਕ ਚੰਗਾ ਲੜਕਾ ਸੀ। ਹੀ ਕੇਮ ਐਂਡ ਥੈਂਕ ਮੀ, ਉਹ ਆਇਆ ਅਤੇ ਉਸਨੇ ਮੇਰਾ ਧੰਨਵਾਦ ਕੀਤਾ। ਮੈਡਮ ਥੈਂਕ ਯੂ, ਮੈਡਮ ਤੁਹਾਡਾ ਬਹੁਤ ਬਹੁਤ ਧੰਨਵਾਦ। ਫਾਰ ਟੀਚਿੰਗ ਮੀ ਫਾਰ ਦਾ ਲਾਸਟ 3 years, ਕਿਉਂਕਿ ਤੁਸੀਂ ਮੈਨੂੰ 3 ਸਾਲ ਜਿਹੜੇ ਹੈ ਪਿਛਲੇ 3 ਸਾਲ ਉਹ ਸਮੇਂ ਲਈ ਪੜ੍ਹਾਇਆ ਹੈ। ਬਿਕਾਜ਼ ਆਫ ਯੂਅਰ ਕਾਈਂਡ ਹਾਰਟ, ਤੁਹਾਡੇ ਦਿਆਲਤਾ ਕਰਕੇ ਹੀ ਆਈ ਕੁਡ ਗੈਟ ਆਲ ਮਾਈ ਅਟੈਂਡੈਂਸ, ਮੈਂ ਤੁਹਾਡੇ ਕਰਕੇ ਮੈਨੂੰ ਮੇਰੀ ਸਾਰੀ ਹਾਜ਼ਰੀ ਜਿਹੜੀ ਸੀ ਉਹ ਪੂਰੀ ਮਿਲਦੀ ਰਹੀ। ਆਈ ਵਿਸ਼ ਆਲ ਟੀਚਰਸ ਵਰ ਲਾਈਕ ਯੂ ਇਨ ਦਾ ਕਾਲਜ, ਮੈਂ ਇੱਛਾ ਕਰਦਾ ਹਾਂ ਕਿ ਸਾਰੇ ਅਧਿਆਪਕ ਜਿਹੜੇ ਨੇ ਉਹ ਤੁਹਾਡੀ ਤਰ੍ਹਾਂ ਹੀ ਕਾਲਜ ਦੇ ਵਿੱਚ ਹੋਣ। ਆਈ ਲਾਫਡ, ਮੈਨੂੰ ਹਾਸਾ ਆਇਆ। ਗੋਡ ਵਿਲਿੰਗ ਵੀ ਵਿਲ ਮੀਟ ਅਗੇਨ, ਪਰਮਾਤਮਾ ਦੀ ਇੱਛਾ ਹੋਈ ਤਾਂ ਅਸੀਂ ਜ਼ਰੂਰ ਮਿਲਾਂਗੇ, ਦੁਬਾਰਾ ਜ਼ਰੂਰ ਮਿਲਾਂਗੇ। ਬਟ ਆਈ ਡਿਡ ਨਾਟ ਮੀਟ ਹਸਨ ਫਾਰ ਅ ਲੌਂਗ ਟਾਈਮ, ਪਰ ਮੈਂ ਹਸਨ ਨੂੰ ਕਾਫੀ ਲੰਬੇ ਸਮੇਂ ਤੱਕ ਜਿਹੜੀ ਨਾ ਮਿਲੀ। ਐਂਡ ਫੋਰਗੇਟ ਆਲ ਅਬਾਊਟ ਹਿਮ, ਅਤੇ ਸਾਰਾ ਕੁਛ ਉਸ ਬਾਰੇ ਭੁੱਲ ਗਈ। ਈਅਰਸ ਪਾਸਡ, ਸਾਲ ਬਤੀਤ ਹੁੰਦੇ ਗਏ। ਆਈ ਟੌਟ ਮੈਨੀ ਸਟੂਡੈਂਟਸ, ਮੈਂ ਬਹੁਤ ਹੋਰ ਵਿਦਿਆਰਥੀਆਂ ਨੂੰ ਵੀ ਪੜ੍ਹਾਇਆ। ਸਮ ਆਫ ਦੈਮ ਬਿਕਾਜ਼ ਵੈਰੀ ਗੁੱਡ ਹਿਊਮਨ ਬੀਇੰਗਸ, ਕੁਛ ਉਹਨਾਂ ਦੇ ਵਿੱਚੋਂ ਜਿਹੜੇ ਸੀ ਬਹੁਤ ਵਧੀਆ ਵਿਅਕਤੀ ਹੋਣ ਕਰਕੇ। ਸਮ ਬਿਕੇਮ ਫੇਮਸ, ਕੁਛ ਮਸ਼ਹੂਰ ਹੋ ਗਏ, ਪ੍ਰਸਿੱਧ ਹੋ ਗਏ। ਸਮ ਬਿਕੇਮ ਰਿਚ, ਕੁਛ ਅਮੀਰ ਹੋ ਗਏ। ਐਂਡ ਸਮ ਰਿਮੇਨਡ ਆਰਡੀਨਰੀ, ਅਤੇ ਕੁਛ ਜਿਹੜੇ ਸੀ ਉਹ ਆਮ ਵਿਅਕਤੀਆਂ ਦੀ ਤਰ੍ਹਾਂ ਹੀ ਰਹੇ। ਐਜ਼ ਫਾਰ ਐਜ਼ ਆਈ ਵਾਜ਼ ਕੰਸਰਨਡ, ਜਿੱਥੋਂ ਤੱਕ ਮੇਰਾ ਸੰਬੰਧ ਸੀ, ਦੇ ਵਰ ਲਾਈਕ ਮਾਈ ਚਿਲਡਰਨ, ਉਹ ਸਾਰੇ ਮੇਰੇ ਲਈ ਆਪਣੇ ਬੱਚਿਆਂ ਦੀ ਤਰ੍ਹਾਂ ਸਨ। ਸਮ ਰਿਮੈਂਬਰ ਮੀ ਸਟਿਲ, ਕੁਛ ਉਹਨਾਂ ਦੇ ਵਿੱਚੋਂ ਹਜੇ ਤੱਕ ਵੀ ਮੈਨੂੰ ਯਾਦ ਕਰਦੇ ਹਨ। ਐਂਡ ਸੈਂਡ ਇਨਵੀਟੇਸ਼ਨਸ ਟੂ ਵੈਡਿੰਗਸ, ਅਤੇ ਉਹ ਸੱਦਾ ਪੱਤਰ ਵੀ ਭੇਜਦੇ ਹਨ ਵਿਆਹ ਸ਼ਾਦੀਆਂ ਲਈ। ਨੇਮਿੰਗ ਸੈਰੇਮਨੀਜ਼, ਨਾਮਕਰਨ ਦੇ ਲਈ। ਹਾਊਸ ਵਾਰਮਿੰਗਸ, ਜਾਂ ਕਹਿੰਦੇ ਗ੍ਰਹਿ ਪ੍ਰਵੇਸ਼ ਦੇ ਲਈ, ਐਟਸੈਟਰਾ ਆਦਿ। ਇਫ ਆਈ ਐਮ ਇਨ ਟਾਊਨ, ਜੇਕਰ ਮੈਂ ਸ਼ਹਿਰ ਦੇ ਵਿੱਚ ਹੋਵਾਂ। ਆਈ ਡੈਫੀਨੇਟਲੀ ਟਰਾਈ ਐਂਡ ਅਟੈਂਡ, ਮੈਂ ਪੱਕਾ ਕਹਿੰਦੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਉਹਨਾਂ ਦੇ ਸਮਾਗਮਾਂ 'ਚ ਸ਼ਾਮਲ ਹੋਵਾਂ। ਬਿਕਾਜ਼ ਫਾਰ ਮੀ,
देयर इमेंस लव इज़ माई स्ट्रेंथ, क्योंकि मेरे लिए उन्हों का इन्ना ज़्यादा प्यार ही जिहड़ा है वो मेरी ताकत है। वन मंडे मॉर्निंग, एक दिन सवेरे सोमवार नूं, माई सैक्रैटरी टोल्ड मी, मेरी सैक्रैटरी ने मैनू दस्सिया दैट अ पर्सन वांटिंग टू सैल द लेटेस्ट सॉफ्टवेयर इन द हाई स्कूल टीचिंग वांटेड टू मीट मी, कि एक व्यक्ति जिहड़ा है वांटिंग टू सैल द लेटेस्ट, जिहड़ा चाहुंदा सी कि ਉਹ ਜਿਹੜਾ ਹੁਣ मौजूद सी उस कोले सॉफ्टवेयर इन हाई स्कूल टीचिंग, हाई स्कूल दी जो टीचिंग सी पढ़ाई सी उस दे लई वांटेड टू मीट मी, मैनू मिलना चाहुंदा सी। आई वाज एक्सट्रीमली बिजी, मैं बहुत ज़्यादा व्यस्त सी। एंड द पाइल्स ऑफ अनआंसर्ड ਲੈਟਰਸ, ਅਤੇ ਪਾइल्स ढेर ਜਿਹੜੇ ਸੀ ढेर ਲੱਗੇ ਹੋਏ ਸੀ ਇਹੋ ਜਿਹੇ ਪੱਤਰਾਂ ਦੇ ਜਿਨ੍ਹਾਂ ਦੇ ਜਵਾਬ ਦੇਣੇ ਬਾਕੀ ਸਨ। ਵਰ ਲੁਕਿੰਗ ਐਟ ਮੀ ਐਕਿਊਜ਼ਿੰਗਲੀ, ਉਹ ਮੇਰੇ ਵੱਲ ਇਸ ਤਰ੍ਹਾਂ ਦੇਖ ਰਹੇ ਸਨ ਵੀ ਜਿਵੇਂ ਮੇਰੇ ਤੋਂ ਜਿਹੜਾ ਹੈ ਜਵਾਬ ਮੰਗ ਰਹੇ ਹੋਣ। ਆਈ ਹੈਡ ਨੋ ਟਾਈਮ ਟੂ ਟਾਕ ਟੂ ਅ ਸੇਲਸ ਪਰਸਨ, ਅਤੇ ਮੇਰੇ ਕੋਲ ਸਮਾਂ ਨਹੀਂ ਸੀ ਵੀ ਮੈਂ ਉਸ ਜੋ ਚੀਜ਼ਾਂ ਵੇਚਣ ਵਾਲਾ ਆਇਆ ਸੀ ਵਿਅਕਤੀ ਉਸ ਨਾਲ ਗੱਲ ਕਰਾਂ। ਸੋ ਆਈ ਟੋਲਡ ਹਰ, ਇਸ ਲਈ ਮੈਂ ਉਸ ਨੂੰ ਕਿਹਾ ਹੀ ਕੈਨ ਮੀਟ ਸਮਵਨ ਐਲਸ, ਉਹ ਕਿਸੇ ਹੋਰ ਨੂੰ ਵੀ ਮਿਲ ਸਕਦਾ ਹੈ। ਆਈ ਡੋਂਟ ਹੈਵ ਟਾਈਮ, ਮੇਰੇ ਕੋਲ ਸਮਾਂ ਨਹੀਂ ਹੈ। ਬਟ ਮਾਈ ਸੈਕਰੈਟਰੀ ਸੈਡ, ਪਰ ਮੇਰੀ ਸੈਕਰੈਟਰੀ ਨੇ ਕਿਹਾ ਹੀ ਵਾਜ ਇਨਸਿਸਟਿੰਗ, ਉਹ ਜਿੱਦ ਕਰ ਰਿਹਾ ਸੀ। ਹੀ ਵਾਂਟਡ ਟੂ ਮੀਟ ਓਨਲੀ ਮੀ, ਕਿ ਉਹ ਕੇਵਲ ਮੈਨੂੰ ਹੀ ਮਿਲਣਾ ਚਾਹੁੰਦਾ ਸੀ। ਐਂਡ ਦੈਟ ਹੀ ਵਾਜ ਮਾਈ ਸਟੂਡੈਂਟ, ਅਤੇ ਇਹੀ ਸੀ ਉਹ ਮੇਰਾ ਸਟੂਡੈਂਟ ਜਿਹੜਾ ਸੀ ਵਿਦਿਆਰਥੀ ਸੀ। ਸ਼ੀ ਨਿਊ ਹਾਊ ਫੌਂਡ ਆਈ ਵਾਜ ਆਫ ਆਲ ਮਾਈ ਸਟੂਡੈਂਟਸ, ਉਹ ਜਾਣਦੀ ਸੀ ਕਿ ਕਿੰਨਾ ਮੈਨੂੰ ਸ਼ੌਂਕ ਸੀ ਵੀ ਆਪਣੇ ਸਾਰੇ ਜਿੰਨੇ ਵੀ ਵਿਦਿਆਰਥੀ ਸੀ ਉਹਨਾਂ ਦੇ ਲਈ। ਸੋ ਸ਼ੀ ਹੈਡ ਨਾਟ ਬੀਨ ਅਨਏਬਲ ਟੂ ਸੇ ਨੋ ਟੂ ਹਿਮ, ਇਸ ਲਈ ਕਹਿੰਦੇ ਉਹ ਇਸ ਦੇ ਯੋਗ ਨਹੀਂ ਸੀ ਕਿ ਉਹਨਾਂ ਨੂੰ ਵਿਅਕਤੀਆਂ ਨੂੰ ਜਾਂ ਵਿਦਿਆਰਥੀਆਂ ਨੂੰ ਜਿਹੜਾ ਸੀ ਨਾ ਕਰ ਦਿੰਦੀ। ਇਨ ਦੈਟ ਕੇਸ ਲੈਟ ਹਿਮ ਸੀ ਮੀ ਐਟ 2 PM, ਉਸ ਇਹੋ ਜਿਹੇ ਮਾਮਲੇ ਦੇ ਵਿੱਚ ਉਸ ਨੂੰ ਕਹੀ ਕਿ ਮੈਨੂੰ 2 ਵਜੇ ਦੁਪਹਿਰ ਨੂੰ ਜਿਹੜਾ ਉਹ ਮਿਲੇ। I think this is sufficient for today. So the questions coming in the passage you have to do on your notebooks, and I have sent the questions also, objective type, essay type, and short answer type question. So all the students must write the questions and send me the pics of their notebook. So okay, thank you beta.